ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਦਸਮ ਦੀ ਬਾਣੀ ਨੂੰ ਲੈ ਕੇ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਵਿਵਾਦ ਵਧਿਆ ਹੋਇਆ ਹੈ ਤੇ ਹਰ ਕੋਈ ਇਸ ਮਸਲੇ ਦੇ ਉੱਤੇ ਆਪਣਾ ਪ੍ਰਤੀਕਰਮ ਸਾਹਮਣੇ ਰੱਖ ਰਿਹਾ ਹੈ। ਕਈ ਤਾਂ ਇਸ ਬਾਣੀ ਨੂੰ ਸਿਰੇ ਤੋਂ ਹੀ ਨਕਾਰ ਦਿੰਦੇ ਨੇ ਅਤੇ ਕਈ ਬੁੱਧੀਜੀਵੀਆਂ ਨੂੰ ਅਜਿਹਾ ਲੱਗਦਾ ਹੈ ਕਿ ਇਸ ਦੇ ਵਿੱਚ ਮਿਲਾਵਟ ਕੀਤੀ ਹੋ ਸਕਦੀ ਹੈ। ਪਰ ਆਖਿਰ ਦਸਮ ਦੇ ਬਾਰੇ ਕੀ ਕਹਿ ਰਹੇ ਨੇ ਭਾਈ ਕਮਲਪ੍ਰੀਤ ਸਿੰਘ ਖਾਲਸਾ, ਮਾਰਦੇ ਹਾਂ ਇੱਕ ਨਜ਼ਰ। ਜੇ ਅਸੀਂ ਸਤਕਾਰ ਨਹੀਂ ਕਰ ਸਕਦੇ ਤੇ ਘੱਟੋ ਘੱਟ ਨਿੰਦਾ ਤੇ ਸ਼ੰਕੇ ਖੜੇ ਕਰਕੇ ਪੰਥ ਵਿੱਚ ਦੁਬਿਧਾ ਤਾਂ ਨਹੀਂ ਪਾਣੀ ਚਾਹੀਦੀ। ਦਸਮ ਗ੍ਰੰਥ ਸਾਹਿਬ ਜੀ ਦਾ ਨਾਮ ਲੈ ਕੇ ਅਟੈਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਰਨ ਦੀ ਕੋਸ਼ਿਸ਼ ਹੈਗੀ। ਕੁਝ ਲੋਕੀ ਜਿਹੜੇ ਖਾਲਸਾ ਪੰਥ ਦੇ ਖਿਲਾਫ ਨੇ ਉਹ ਸਾਰੇ ਕਵਰ ਫਾਇਰ ਕਰ ਰਹੇ ਨੇ ਕਿ ਇਹਨਾਂ ਸਾਰੇ ਸਕਾਲਰਸ ਨੂੰ ਨਹੀਂ ਪਤਾ ਸੀਗਾ ਕਿ ਗੁਰੂ ਮਾਨਿਓ ਗ੍ਰੰਥ ਹੈ ਅਤੇ ਚੀਕ ਕੇ ਕਹਿ ਰਹੇ ਨੇ ਗੁਰੂ ਮਾਨਿਓ ਗ੍ਰੰਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪ ਸਾਰੇ ਜਾਣਦੇ ਹੀ ਹੋ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉੱਤੇ ਹੁਣ ਸ਼ੰਕੇ ਹੋ ਰਹੇ ਨੇ ਅਤੇ ਵਿਵਾਦ ਖੜਾ ਹੋਇਆ ਹੈ। ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਬਚਿੱਤਰ ਨਾਟਕ ਦੀ ਕਥਾ ਦਾ ਆਰੰਭ ਹੋਇਆ ਹੈ ਤੇ ਨਾਲ ਹੀ ਕਈ ਲੋਕੀ ਉਹਦੇ ਖਿਲਾਫ ਪ੍ਰੋਟੈਸਟ ਕਰਨ ਗੁਰਦੁਆਰੇ ਸਾਹਿਬ ਵਿੱਚ ਆ ਗਏ ਨੇ ਅਤੇ ਚੀਕ ਕੇ ਕਹਿ ਰਹੇ ਨੇ ਗੁਰੂ ਮਾਨਿਓ ਗ੍ਰੰਥ, ਗੁਰੂ ਮਾਨਿਓ ਗ੍ਰੰਥ, ਗੁਰੂ ਮਾਨਿਓ ਗ੍ਰੰਥ। ਆਓ ਆਪਾਂ ਦਰਸ਼ਨ ਕਰੀਏ ਸਾਡੇ ਪੰਥ ਦੇ ਕੁਝ ਮਹਾਨ ਵਿਦਵਾਨ, ਕੀਰਤਨੀ, ਸ਼ਹੀਦ ਸਿੰਘ ਅਤੇ ਗੁਰਸਿੱਖ ਜਿਨ੍ਹਾਂ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਕਦੀ ਕਿਸੇ ਪ੍ਰਕਾਰ ਦਾ ਸ਼ੰਕਾ ਨਹੀਂ ਖੜਾ ਕੀਤਾ, ਕਦੀ ਕਿਸੇ ਪ੍ਰਕਾਰ ਦਾ ਵਿਵਾਦ ਨਹੀਂ ਕੀਤਾ। ਜੇ ਆਪਾਂ ਵਿਦਵਾਨਾਂ ਦੀ ਗੱਲ ਕਰੀਏ ਤੇ ਡਾਕਟਰ ਵੀਰ ਸਿੰਘ ਜੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਸੰਤ ਸਿੰਘ ਜੀ ਮਸਕੀਨ, ਗਿਆਨੀ ਪਿੰਦਰਪਾਲ ਸਿੰਘ ਜੀ, ਭਾਈ ਕਾਨ ਸਿੰਘ ਜੀ ਨਾਭਾ, ਸਰਦਾਰ ਕਪੂਰ ਸਿੰਘ ਜੀ, ਪ੍ਰੋਫੈਸਰ ਪੂਰਨ ਸਿੰਘ ਜੀ, ਅਕਾਲੀ ਕੌਰ ਸਿੰਘ ਜੀ। ਇਸੇ ਪ੍ਰਕਾਰ ਜੇ ਅਸੀਂ ਨਾਮ ਕਮਾਈ ਵਾਲੇ ਗੁਰਸਿੱਖਾਂ ਵੱਲ ਵੇਖੀਏ ਤੇ ਬਾਬਾ ਅਤਰ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ। ਜੇ ਅਸੀਂ ਸ਼ਹੀਦ ਸਿੰਘਾਂ ਵੱਲ ਵੇਖੀਏ ਜਿਨ੍ਹਾਂ ਨੇ ਪੰਥ ਵਾਸਤੇ ਆਪਣਾ ਸ਼ੀਸ਼ ਤੱਕ ਦੇ ਦਿੱਤਾ, ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣੇ ਤਨ ਮਨ ਧਨ ਨੂੰ ਸੌਂਪ ਦਿੱਤਾ, ਉਹਨਾਂ ਨੇ ਕਦੀ ਕੋਈ ਸ਼ੰਕਾ ਨਹੀਂ ਖੜਾ ਕੀਤਾ ਸੀ। ਜਿਵੇਂ ਕਿ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ, ਭਾਈ ਸਾਹਿਬ ਭਾਈ ਅਨੋਖ ਸਿੰਘ ਜੀ ਬੱਬਰ, ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਬੱਬਰ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਪ੍ਰੈਜ਼ੀਡੈਂਟ ਆਫ ਸਿੱਖ ਸਟੂਡੈਂਟ ਫੈਡਰੇਸ਼ਨ। ਇਸੇ ਪ੍ਰਕਾਰ ਸਾਰੇ ਗੁਰਸਿੱਖ ਜੋ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਦੇ ਨਾਲ ਹੁੰਦੇ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨਾਲ ਹੁੰਦੇ ਸੀਗੇ, ਜਿਨ੍ਹਾਂ ਨੇ ਆਪਣੇ ਸੀਸ ਪੰਥ ਦੇ ਲੇਖੇ ਲਾ ਦਿੱਤਾ, ਉਹਨਾਂ ਨੇ ਤਾਂ ਕਦੇ ਵੀ ਕੋਈ ਸ਼ੰਕਾ ਨਹੀਂ ਕੀਤਾ ਸੀਗਾ। ਇਸੇ ਪ੍ਰਕਾਰ ਬੇਸਿਕਸ ਆਫ ਸਿੱਖੀ ਦੇ ਭਾਈ ਸਾਹਿਬ ਭਾਈ ਜਗਰਾਜ ਸਿੰਘ ਜੀ, ਜਿਨ੍ਹਾਂ ਨੇ ਗੁਰਸਿੱਖੀ ਦਾ ਪ੍ਰਚਾਰ ਦੁਨੀਆ ਦੀ ਵੱਖਰੀਆਂ ਭਾਸ਼ਾਵਾਂ ਵਿੱਚ ਆਨਲਾਈਨ YouTube ਤੇ ਕੀਤਾ, ਕਿ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਸੀਗਾ ਕਿ ਗੁਰੂ ਮਾਨਿਓ ਗ੍ਰੰਥ ਹੈ? ਕਿ ਇਹ ਸਾਰੇ ਮਹਾਂਪੁਰਖਾਂ ਨੂੰ ਇਸ ਬਾਰੇ ਨਹੀਂ ਪਤਾ ਸੀਗਾ ਕਿ ਗੁਰੂ ਮਾਨਿਓ ਗ੍ਰੰਥ ਹੈ? ਕਿ ਇਹਨਾਂ ਸਾਰੇ ਸਕਾਲਰਸ ਨੂੰ ਨਹੀਂ ਪਤਾ ਸੀਗਾ ਕਿ ਗੁਰੂ ਮਾਨਿਓ ਗ੍ਰੰਥ ਹੈ? ਗੁਰੂ ਪਿਆਰਿਓ, ਗੁਰੂ ਸਾਡੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਰਹਿਣਗੇ। ਉਹੀ ਸਾਡੇ ਸ਼੍ਰੋਮਣੀ ਸਤਿਗੁਰੂ ਦੀਨ ਦਿਆਲ ਕਿਰਪਾ ਨਿਧਾਨ ਸਾਨੂੰ ਮੁਕਤੀ ਦਾਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ। ਪਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ। ਉਸ ਬਾਣੀ ਵਿੱਚ ਸਾਡੇ ਵਾਸਤੇ ਜੋ ਵੀ ਖਜ਼ਾਨੇ ਗੁਰੂ ਸਾਹਿਬ ਜੀ ਨੇ ਉਹਦੇ ਵਿੱਚ ਰੱਖੇ ਨੇ, ਉਹਨਾਂ ਨੂੰ ਪੜ੍ਹਨਾ, ਗਾਉਣਾ, ਹਿਰਦੇ ਵਿੱਚ ਵਸਾਉਣਾ, ਉਹਦੇ ਵਿੱਚੋਂ ਸਿੱਖਿਆ ਲੈ ਕੇ ਜੀਵਨ ਵਿੱਚ ਕਮਾਉਣਾ, ਇਹ ਵੀ ਸਾਡਾ ਫਰਜ਼ ਹੈ। ਅਤੇ ਗੁਰੂ ਦੀ ਬਾਣੀ ਦਾ ਸਤਿਕਾਰ ਜਿੰਨਾ ਹੋ ਸਕੇ ਓਨਾ ਕਰਨਾ ਜ਼ਰੂਰੀ ਹੈ ਗੁਰਸਿੱਖ ਵਾਸਤੇ। ਜੇ ਅਸੀਂ ਸਤਕਾਰ ਨਹੀਂ ਕਰ ਸਕਦੇ ਤੇ ਘੱਟੋ ਘੱਟ ਨਿੰਦਾ ਤੇ ਸ਼ੰਕੇ ਖੜੇ ਕਰਕੇ ਪੰਥ ਵਿੱਚ ਦੁਬਿਧਾ ਤਾਂ ਨਹੀਂ ਪਾਣੀ ਚਾਹੀਦੀ। ਹੁਣ ਮੈਂ ਆਪ ਜੀ ਨੂੰ ਸਮਝਾਉਂਦਾ ਆ ਕਿ ਇਸ ਸ਼ੰਕਾ ਕਰਨ ਦੇ ਕਾਰਨ ਕੀ ਨੇ। ਦਰਅਸਲ ਕੁਝ ਲੋਕੀ ਜਿਹੜੇ ਖਾਲਸਾ ਪੰਥ ਦੇ ਖਿਲਾਫ ਨੇ ਉਹ ਸਾਰੇ ਕਵਰ ਫਾਇਰ ਕਰ ਰਹੇ ਨੇ। ਕਵਰ ਫਾਇਰ ਕਿਸ ਤਰ੍ਹਾਂ? ਦਸਮ ਗ੍ਰੰਥ ਸਾਹਿਬ ਜੀ ਦਾ ਨਾਮ ਲੈ ਕੇ ਅਟੈਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਰਨ ਦੀ ਕੋਸ਼ਿਸ਼ ਹੈਗੀ। ਦਸਮ ਗ੍ਰੰਥ ਸਾਹਿਬ ਜੀ ਦੀ ਕੁਝ ਬਾਣੀਆਂ ਤੇ ਸ਼ੰਕੇ ਹੋਏ ਤੇ ਕਰਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਗਏ, ਬਚਿੱਤਰ ਨਾਟਕ ਤੇ ਆ ਗਏ, ਫਿਰ ਕਰਦੇ ਅੰਮ੍ਰਿਤ ਦੀਆਂ ਬਾਣੀਆਂ ਤੇ ਸ਼ੰਕੇ ਹੋਣ ਲੱਗ ਪਏ। ਫਿਰ ਇਸ ਪ੍ਰਕਾਰ ਵੀ ਹੋਇਆ, ਇੱਕ ਦੇਸ਼ ਵਿੱਚ ਇੱਕ ਅਗਿਆਨੀ ਬੰਦੇ ਨੇ ਅੰਮ੍ਰਿਤ ਸੰਚਾਰ ਬਿਨਾਂ ਪੰਜ ਬਾਣੀਆਂ ਤੋਂ ਕਰਾ ਕੇ ਕੇਵਲ 13 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਪੜ੍ਹ ਕੇ ਅੰਮ੍ਰਿਤ ਸੰਚਾਰ ਕਰਾਉਣ ਦੀ ਕੋਸ਼ਿਸ਼ ਕੀਤੀ। ਇਸੇ ਪ੍ਰਕਾਰ ਇਹਨਾਂ ਨੇ ਲਾਵਾਂ ਦੇ ਉੱਤੇ ਵੀ ਸ਼ੰਕਾ ਕਰਨਾ ਸ਼ੁਰੂ ਕਰਤਾ। ਸ਼ਾਦੀ ਕਰਨ ਵਾਸਤੇ ਲਾਵਾਂ ਦੀ ਕੀ ਲੋੜ ਹੈ? ਇਸੇ ਪ੍ਰਕਾਰ ਪੰਜ ਕਕਾਰਾਂ ਦੇ ਉੱਤੇ ਸ਼ੰਕਾ ਕਰਦੇ ਨੇ ਕਿ ਪੰਜ ਕਕਾਰ ਪਾਉਣ ਦੀ ਕੀ ਲੋੜ ਹੈ? ਗੁਰੂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਪੰਜ ਕਕਾਰਾਂ ਦਾ ਜ਼ਿਕਰ ਹੈ ਹੀ ਨਹੀਂ। ਇਹ ਤਾਂ ਖਾਲਸੇ ਦੇ ਰਹਿਤਨਾਮਿਆਂ ਵਿੱਚ ਜ਼ਿਕਰ ਆਉਂਦਾ ਆ। ਜੇ ਅਸੀਂ ਰਹਿਤਨਾਮਿਆਂ ਅਤੇ ਹੋਰ ਇਤਿਹਾਸਿਕ ਗ੍ਰੰਥਾਂ ਸਰੋਤਾਂ ਨੂੰ ਛੱਡ ਦਾਂਗੇ ਤੇ ਸਾਨੂੰ ਇਹ ਸਾਖੀਆਂ, ਸਾਡਾ ਇਤਿਹਾਸ, ਸਾਡੀ ਪੰਥ ਦੀ ਮਰਿਆਦਾਵਾਂ ਬਾਰੇ ਗਿਆਨ ਕਿੱਦਾਂ ਪ੍ਰਾਪਤ ਹੋਊਗਾ? ਅਤੇ ਇੱਕ ਬੜੇ ਹੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਜਿਹੜੇ ਸ਼ਬਦ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਹੀ ਨਹੀਂ। ਅਤੇ ਜਿਹੜੇ ਲੋਕੀ ਕਹਿ ਰਹੇ ਨੇ
ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਅਸੀਂ ਕਿਸੇ ਨੂੰ ਨਹੀਂ ਮੰਨਦੇ, ਉਹਨਾਂ ਤੋਂ ਜਦ ਅਸੀਂ ਇਹ ਸਵਾਲ ਪੁੱਛਦੇ ਹਾਂ ਕਿ ਫਿਰ ਗੁਰੂ ਮਾਨਿਓ ਗ੍ਰੰਥ ਤਾਂ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਲਿਖਿਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਤਾਂ ਸ੍ਰੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਮਿਲੀ ਹੈ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਾਏ ਹੀ ਨਹੀਂ, ਇਹ ਤਾਂ ਹੋਰ ਰਚਨਾਵਾਂ ਵਿੱਚ ਦਰਜ ਨੇ। ਜੇ ਤੁਸੀਂ ਹੋਰ ਰਚਨਾਵਾਂ ਵਿੱਚੋਂ ਇਸ ਸ਼ਬਦ ਨੂੰ ਵੀ ਮੰਨਦੇ ਹੋ ਕਿ ਗੁਰੂ ਮਾਨਿਓ ਗ੍ਰੰਥ, ਤੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਤਾਂ ਮੰਨ ਹੀ ਰਹੇ ਹੋ, ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਬਾਣੀ ਹੈ ਕਿ ਗੁਰੂ ਮਾਨਿਓ ਗ੍ਰੰਥ, ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਟਲ ਗੁਰੂ ਨੇ। ਇਸੇ ਪ੍ਰਕਾਰ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਹੋਰ ਬਾਣੀਆਂ ਨੇ, ਜਾਪ ਸਾਹਿਬ, ਅਕਾਲ ਉਸਤ, ਬਚਿੱਤਰ ਨਾਟਕ, ਚੰਡੀ ਚਰਿਤ੍ਰ, ਚੰਡੀ ਦੀ ਵਾਰ, ਗਿਆਨ ਪ੍ਰਬੋਧ, 24 ਅਵਤਾਰ, ਜ਼ਫਰਨਾਮਾ, ਸ਼ਸਤਰ ਨਾਮ ਮਾਲਾ, ਇसी प्रकार 33 ਸਵਈਏ, ਇਸੇ ਪ੍ਰਕਾਰ ਸ਼ਬਦ ਹਜ਼ਾਰੇ। ਸੋ ਇਹ ਜਿਹੜੀ ਬਾਣੀਆਂ ਨੇ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੀ ਰਚਨਾ ਨੇ। ਜੇ ਤੁਸੀਂ ਹੋਰ ਸਰੋਤਾਂ ਵਿੱਚੋਂ ਇਸ ਗੱਲ ਨੂੰ ਮੰਨਦੇ ਹੋ ਕਿ ਗੁਰੂ ਮਾਨਿਓ ਗ੍ਰੰਥ, ਤੇ ਫਿਰ ਬਾਕੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀਆਂ ਨੂੰ ਕਿਉਂ ਨਹੀਂ ਮੰਨਦੇ? ਔਰ ਖਾਸ ਕਰ ਸਾਡੀ ਅਰਦਾਸ ਉਹ ਚੰਡੀ ਦੀ ਵਾਰ ਵਿੱਚੋਂ ਹੈ। ਸਾਡੇ ਨਿਤਨੇਮ ਵਿੱਚ ਸ੍ਰੀ ਜਾਪ ਸਾਹਿਬ, ਤਵੈ ਪ੍ਰਸਾਦ ਸਵਈਏ, 35 ਚੌਪਈ ਸਾਹਿਬ ਅਤੇ ਰਹਿਰਾਸ ਸਾਹਿਬ ਵਿੱਚ ਪੜ੍ਹੇ ਜਾਣ ਵਾਲੇ ਸਵਈਏ ਅਤੇ ਦੋਹਰੇ ਇਹ ਵੀ ਦਸਮ ਗ੍ਰੰਥ ਸਾਹਿਬ ਜੀ ਵਿੱਚੋਂ ਨੇ। ਇਸੇ ਪ੍ਰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਨੇ। ਸੋ ਹੁਣ ਮੈਂ ਗੱਲ ਕਰਾਂਗਾ ਇਹਨਾਂ ਦੇ ਨਾਮਾਂ ਬਾਰੇ। ਇਹਨਾਂ ਵਿੱਚੋਂ ਕੁਝ ਇਦਾਂ ਦੇ ਸਿੱਖ ਹੋਏ ਸੀਗੇ ਜਿਵੇਂ ਕਿ ਤੇਜਾ ਸਿੰਘ ਪਸੌੜ, ਜਿਨ੍ਹਾਂ ਨੇ ਕਿਹਾ ਕਿ ਭੱਟ ਬਾਣੀ ਅਤੇ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੇਲ ਨਹੀਂ ਖਾਂਦੀ ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਭੱਟ ਬਾਣੀ ਅਤੇ ਭਗਤ ਬਾਣੀ ਨੂੰ ਕੱਢ ਦੇਣਾ ਚਾਹੀਦਾ ਹੈ। ਕਾਲਾ ਅਫਗਾਨਾ, ਇੰਦਰ ਘੱਗਾ, ਇਹ ਇਦਾਂ ਦੇ ਲੋਕੀ ਨੇ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਸਰਬ ਕਲਾ ਸਮਰੱਥ ਨਹੀਂ ਮੰਨਦੇ। ਉਹਨਾਂ ਦਾ ਮੰਨਣਾ ਹੈ ਕਿ ਉਹ ਤਾਂ ਇੱਕ ਆਮ ਇਨਸਾਨ ਸੀਗੇ, ਸਾਡੇ ਵਰਗੇ, ਬਸ ਉਹਨਾਂ ਦੀ ਸੋਚ ਥੋੜੀ ਰਿਫਾਰਮਿਸਟ ਸੀਗੀ, ਇਸ ਕਰਕੇ ਉਹ ਮਹਾਨ ਸੀਗੇ। ਪਰ ਨਹੀਂ, ਗੁਰਬਾਣੀ ਦਾ ਹੁਕਮ ਹੈ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਕਿ ਜੋਤ ਰੂਪੀ ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਨਾ ਕੀਤਾ ਸ੍ਰਿਸ਼ਟੀ ਤੇ ਆ ਕੇ। ਯਾਨੀ ਕਿ ਵਾਹਿਗੁਰੂ ਜੀ ਨੇ, ਨਿਰੰਕਾਰ ਜੀ ਨੇ ਜਦ ਆਕਾਰ ਧਾਰਨ ਕੀਤਾ ਤੇ ਉਹ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਜਾਣੇ ਗਏ। यानी कि गुरु नानक देव जी आम नहीं, गुरु नानक देव जी आप नारायण कलाधार जग में परवरियो, निरंकार आकार जोत जग मंडल करे हो, कि वो आप ही वाहिगुरु जी दे रूप ने। इसी प्रकार इंदर घग्गा अपनी बुक्स विच लिखदा है कि जे गुरु नानक देव जी मक्का गए ते उत्थे जाके तां मीट सर्व होया होएगा, मांस सर्व होया होएगा, ते गुरु नानक देव जी ने मांस खा लिया होएगा, क्योंकि उत्थे जाके भाईचारा करना चाहते सीगे, ते जे वो मांस ना खांदे ते उन्हां नूं मुसलमान ना मन्निया जांदा। इसी प्रकार ਇਹ ਉਹ ਲੋਕੀ ਨੇ ਜਿਹੜੇ ਨਾਮ ਸਿਮਰਨ ਨੂੰ ਤੋਤਾ ਰਟਨ ਕਹਿੰਦੇ ਨੇ, ਜਿਨ੍ਹਾਂ ਦੇ ਮੁਤਾਬਿਕ ਨਾਮ ਜਪਣ ਵਿੱਚ ਸ਼ਕਤੀ ਨਹੀਂ ਹੈ, ਇਹ ਇੱਕ ਮਕੈਨੀਕਲ ਪ੍ਰੋਸੈਸ ਹੈ। ਹੁਣ ਕੌਣ ਇਹਨਾਂ ਨੂੰ ਸਮਝਾਵੇ ਕਿ ਜਿਹੜਾ ਮਾਈਂਡ ਹੈ, ਜਿਹੜਾ ਸਾਈਕੋਲੋਜੀ ਹੈ, ਉਹ ਕਹਿੰਦੀ ਹੈ ਕਿ ਜਿਹੜੀ ਚੀਜ਼ ਬਾਰ-ਬਾਰ ਦੁਹਰਾਈ ਜਾਏ ਉਹ ਸਾਡੇ ਕੌਨਸ਼ੀਅਸ ਮਾਈਂਡ ਤੋਂ ਸਾਡੇ ਸਬਕੌਨਸ਼ੀਅਸ ਮਾਈਂਡ ਵਿੱਚ ਜਾ ਕੇ ਬਹਿ ਜਾਂਦੀ ਹੈ, ਤੇ ਸਾਡਾ ਕੌਨਸ਼ੀਅਸ ਮਾਈਂਡ ਤਾਂ ਸਿਰਫ 10% ਯੂਜ਼ ਵਿੱਚ ਆਉਂਦਾ ਹੈ, ਅਸਲ ਵਿੱਚ ਤਾਂ 90% ਕੰਮ 90% ਡੇਟਾ ਤਾਂ ਸਬਕੌਨਸ਼ੀਅਸ ਮਾਈਂਡ ਵਿੱਚ ਸਟੋਰ ਹੁੰਦਾ ਹੈ। ਸੋ ਜੇ ਅਸੀਂ ਨਾਮ ਜਪ ਕੇ ਆਪਣੇ ਕੌਨਸ਼ੀਅਸ ਮਾਈਂਡ ਰਾਹੀਂ ਰਸਨਾ ਨਾਲ ਜਪ ਕੇ ਇਹਨੂੰ ਆਪਣੇ ਸਬਕੌਨਸ਼ੀਅਸ ਮਾਈਂਡ ਤੱਕ ਨਾਮ ਨੂੰ ਪਹੁੰਚਾ ਦਈਏ ਤੇ ਸਾਡਾ ਮਨ ਅੰਦਰੋਂ ਨਿਰਮਲ, ਅੰਦਰੋਂ ਪਿਓਰ, ਅੰਦਰੋਂ ਸੱਚਾ ਸੁੱਚਾ ਹੋ ਜਾਂਦਾ ਹੈ ਤੇ ਵਾਹਿਗੁਰੂ ਜੀ ਦੇ ਨਾਲ ਮਿਲ ਜਾਂਦਾ ਹੈ। ਤੇ ਜੇ ਅਸੀਂ ਸਿਰਫ ਕੌਨਸ਼ੀਅਸ ਮਾਈਂਡ ਦੇ ਨਾਲ ਹੀ ਕਦੀ ਚੰਗੇ ਕਰਮ ਕਰੀਏ ਤੇ ਸਾਡੇ ਅੰਦਰ ਜਿਹੜੀ ਪੁਰਾਣੀ ਮੈਲ ਜਮੀ ਹੋਈ ਹੈ ਇਹ ਨਹੀਂ ਸਾਫ਼ ਹੋ ਸਕਦੀ। ਇਸੇ ਕਰਕੇ ਜਿਹੜੇ ਲੋਕ ਬਹੁਤ ਹੀ ਫਿਲਾਸਫੀ ਤੇ ਗਿਆਨ ਦੀ ਗੱਲਾਂ ਕਰਦੇ ਨੇ ਉਹ ਸਿਰਫ ਗੱਲਾਂ ਤੱਕ ਹੀ ਰਹਿ ਜਾਂਦੇ ਨੇ, ਪਰ ਜਿਹੜੇ ਨਾਮ ਦੇ ਤਪਸਵੀ ਗੁਰਸਿੱਖ ਹੁੰਦੇ ਨੇ ਉਹ ਆਪਣਾ ਜੀਵਨ ਐਨ ਸਵੇਰ ਤੋਂ ਲੈ ਕੇ ਰਾਤ ਤੱਕ ਸਵਾਸ ਨਿਰਮਲ ਅਤੇ ਪਿਓਰ ਬਣਾ ਲੈਂਦੇ ਨੇ। ਸੋ ਇਹ ਫਰਕ ਹੁੰਦਾ ਹੈ ਗਿਆਨ ਫਿਲਾਸਫੀ ਕੋਟਣ ਵਿੱਚ ਤੇ ਅਸਲ ਵਿੱਚ ਗੁਰਮਤ ਦੀ ਆਪਣੀ ਮਨ ਦੀ ਮਤ ਤਿਆਗ ਕੇ ਕਮਾਈ ਕਰਨ ਦੀ। ਸੋ ਜੇ ਅਸੀਂ ਇਹਨਾਂ ਬੰਦਿਆਂ ਬਾਰੇ ਗੱਲ ਕਰੀਏ ਜਿਵੇਂ ਕਿ ਅੱਜ ਕੱਲ ਪ੍ਰਚਾਰਕ ਬਲਜੀਤ ਦਿੱਲੀ ਬਹੁਤ ਕੁਝ ਬੋਲਦੇ ਆ, ਉਹਨਾਂ ਦੀ ਬੋਲੀ ਮੈਂ ਹੁਣ ਤੁਹਾਨੂੰ ਇਸ ਵੀਡੀਓ ਵਿੱਚ ਸੁਣਾਵਾਂਗਾ ਕਿ ਉਹ ਬੋਲਦੇ ਕਿਸ ਤਰ੍ਹਾਂ ਨੇ। ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਐਸਾ ਬਣਾ ਕੇ ਰੱਖ ਦਿੱਤਾ ਕਿ ਪਤਾ ਨਹੀਂ ਜਿਵੇਂ ਉਹ ਕੌਣ ਸੀਗੇ, ਪਰ ਨਹੀਂ, ਉਹ ਸਾਡੇ ਵਰਗੇ ਹੀ ਸੀਗੇ, ਸਾਡੇ ਵਰਗਾ ਹੀ ਉਹਨਾਂ ਦਾ ਸਰੀਰ ਸੀਗਾ, ਸਾਡੇ ਵਾਂਗ ਹੀ ਉਹ ਸੋਚਦੇ ਸੀਗੇ। ਗੁਰੂ ਅਰਜਨ ਸਾਹਿਬ ਨੂੰ ਵੀ ਆਪਣਾ ਮਾਈਂਡ ਸੈੱਟ ਕਰਨਾ ਆ ਗਿਆ ਸੀ, ਤਾਈਓ ਤੱਤੀ ਤਵੀ ਤੇ ਬਹਿ ਗਏ ਨੇ। ਮਾਈਂਡ ਸੈੱਟ ਸੀ ਨਾ, ਜੇ ਮਾਈਂਡ ਸੈੱਟ ਨਾ ਹੁੰਦਾ ਤੇ ਆਮ ਕੋਈ ਬੰਦਾ ਤੱਤੀ ਤਵੀ ਤੇ ਬਹਿ ਨਹੀਂ ਸਕਦਾ। ਜਿਹੜੀਆਂ ਗੱਲਾਂ ਗੁਰਬਾਣੀ ਦੱਸਦੀ ਪਈ ਹੈ ਨਾ, ਉਹ ਗੱਲਾਂ ਵੈਸੇ ਤੇ ਆਲਰੇਡੀ ਤੈਨੂੰ ਪਤਾ ਹੀ ਨੇ, ਸਾਰੀਆਂ ਪਤਾ ਹੀ ਹੈ ਨਾ ਸਾਰਿਆਂ ਨੂੰ। ਇਹ ਗੱਲਾਂ ਹੁਣ ਕੋਈ ਇਦਾਂ ਦੀ ਗੱਲ ਤਾਂ ਨਹੀਂ ਵੀ ਇਹ ਕੋਈ ਨਵੀਆਂ ਗੱਲਾਂ ਨੇ, ਅੱਜ ਹੀ ਕਿਤੋਂ ਆਈਆਂ ਨੇ ਤੇ ਸਾਨੂੰ ਕਿਸੇ ਨੂੰ ਕੁਝ ਪਤਾ ਹੀ ਨਹੀਂ। ਉਹ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਦੀ ਗੱਲ ਜਦੋਂ ਕਰ ਰਹੇ ਨੇ, ਉਹ ਗੋਬਿੰਦ ਹੈ ਕੌਣ ਹੈ? ਹੁਣੇ ਤੇ ਆਪਾਂ ਸਮਝ ਕੇ ਹਟੇ ਹਾਂ ਗੋਬਿੰਦ ਕੌਣ ਹੈ। ਬਾਣੀ ਦੇ ਬਾਰੇ ਜਿਹੜੀ ਗੱਲ ਲਿਖੀ ਗਈ ਨਾ ਵੀ ਧੁਰ ਕੀ ਬਾਣੀ ਆਈ, ਉਹ ਧੁਰ ਕੀ ਦਾ ਮਤਲਬ ਕੀ ਹੈ? ਧੁਰ ਕੀ ਹੈ? ਧੁਰ ਅੰਦਰੋਂ, ਆਹ ਜਿਹੜੀ ਅੰਦਰੋਂ ਆਈ, ਅੰਦਰੋਂ ਕਿੱਥੋਂ? ਆ ਬ੍ਰੇਨ ਦੇ ਵਿੱਚੋਂ, ਆ ਸਾਡੇ ਦਿਮਾਗ ਦੇ ਵਿੱਚੋਂ ਜਿਹੜਾ ਵੀ ਖਜ਼ਾਨਾ ਪਿਆ ਹੈ ਨਾ, ਉਹ ਸਾਰੇ ਦਾ ਸਾਰਾ ਖਜ਼ਾਨਾ ਕਿੱਥੇ ਪਿਆ? ਉਹ ਗੁਣਾ ਵਾਲਾ ਖਜ਼ਾਨਾ, ਉਹ ਬਾਣੀ ਵਾਲਾ ਖਜ਼ਾਨਾ, ਉਹ ਗਿਆਨ ਵਾਲਾ ਖਜ਼ਾਨਾ ਆਖਰ ਪਿਆ ਕਿੱਥੇ ਆ? ਆ ਮੇਰੇ ਧੁਰ ਅੰਦਰ ਪਿਆ, ਮੇਰੇ ਬ੍ਰੇਨ ਦੇ ਵਿੱਚ ਪਿਆ ਹੈ। ਉਹ ਰਤਨ ਜਵਾਹਰ ਮਾਣਿਕ ਇੱਥੇ ਹੀ ਪਏ ਨੇ। ਗੁਣ ਕਹਿ ਲਓ ਤੁਸੀਂ,
ਬਾਣੀ ਕਹਿ ਲਓ, ਸ਼ਬਦ ਗੁਰੂ ਕਹਿ ਲਓ, ਗਿਆਨ ਗੁਰੂ ਕਹਿ ਲਓ, ਸੂਝ-ਬੂਝ ਕਹਿ ਲਓ, ਕਾਮਨ ਸੈਂਸ ਕਹਿ ਲਓ, ਠੀਕ ਹੈ ਨਾ। ਲਫ਼ਜ਼ ਭਾਵੇਂ ਕੋਈ ਵਰਤ ਲਓ, ਜਿਹੜਾ ਵੀ ਖਜ਼ਾਨਾ ਹੈ ਨਾ ਉਹ ਤੁਹਾਡੇ ਇੱਥੇ ਪਿਆ ਹੈ। ਦਿਮਾਗ ਦੇ ਵਿੱਚ ਹਰ ਕਿਸੇ ਦੇ ਚੰਗੀਆਂ ਗੱਲਾਂ ਵੀ ਹੈਗੀਆਂ ਨੇ, ਮੰਦੀਆਂ ਗੱਲਾਂ ਵੀ ਹੈਗੀਆਂ ਨੇ। ਉਹ ਜਿਹੜੀ ਚੰਗੀ ਵਿਚਾਰ ਹੈ ਨਾ, ਚੰਗੇ ਥਾਟਸ ਨੇ, ਜਿਹੜੇ ਚੰਗੀ ਵਿਚਾਰਧਾਰਾ ਹੈ ਜਿਹੜੀ, ਉਸ ਨੂੰ ਹੀ ਤੇ ਧੁਰਕੀ ਬਾਣੀ ਕਿਹਾ ਗਿਆ। ਮੇਰੇ ਬ੍ਰੇਨ ਦੇ ਵਿੱਚ ਮੇਰਾ ਸਤਿਗੁਰੂ ਹੈਗਾ ਨਾ, ਤੁਹਾਡੇ ਬ੍ਰੇਨ 'ਚ ਤੁਹਾਡਾ ਸਤਿਗੁਰੂ ਹੈਗਾ। ਸੋ ਜੇ ਤੁਸੀਂ ਇਸ ਪ੍ਰਕਾਰ ਦੇ ਗੁਰਸਿੱਖ ਚਾਹੁੰਦੇ ਹੋ ਤਾਂ ਤੁਹਾਡੀ ਇੱਛਾ ਹੈ, ਪਰ ਜੇ ਤੁਸੀਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਬਾਊ ਮਲ ਸਿੰਘ ਜੀ, ਭਾਈ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਾਂ ਤੁਸੀਂ ਭਾਈ ਅਨੋਖ ਸਿੰਘ ਬੱਬਰ, ਜਾਂ ਤੁਸੀਂ ਭਾਈ ਜਗਰਾਜ ਸਿੰਘ ਜੀ ਵਰਗੇ ਗੁਰਸਿੱਖ ਚਾਹੁੰਦੇ ਹਾਂ, ਤਾਂ ਆਪਣੀ ਮਨ ਦੀ ਮਤ ਤਿਆਗ ਕੇ ਸ਼ੰਕਾਵਾਂ ਦੀ ਨਿਵਰਤੀ ਵਾਸਤੇ ਸਵਾਲ ਪੁੱਛੋ, ਨਾ ਕਿ ਵਿਵਾਦ ਖੜੇ ਕਰੋ। ਤੇ ਜੇ ਅਸੀਂ ਕੁਝ ਸ਼ਬਦ ਵਿਚਾਰੀਏ, ਜਿਵੇਂ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਹੈ, ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ, ਮਧੂਸੂਦਨ दामोदर स्वामी, ऋषिकेश गोवर्धन धारी, मुरली मनोहर है संगा। ਇਸੇ ਪ੍ਰਕਾਰ ਉਸੇ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਨੇ, ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ, ਯਾਨੀ ਕਿ ਵਾਹਿਗੁਰੂ ਹੀ ਗੋਪੀ ਹੈ, ਵਾਹਿਗੁਰੂ ਹੀ ਕ੍ਰਿਸ਼ਨ ਹੈ, ਵਾਹਿਗੁਰੂ ਹੀ ਗਊਆਂ ਨੂੰ ਚਰਾ ਰਿਹਾ ਹੈ। ਇਸੇ ਪ੍ਰਕਾਰ ਧੰਨ ਧੰਨ ਉਹ ਰਾਮ ਬੇਨ ਬਾਜੇ, ਯਾਨੀ ਧੰਨ ਹੈ ਉਹ ਰਾਮ ਜਿਹੜਾ ਬੇਨ ਯਾਨੀ ਬਾਂਸੁਰੀ ਵਜਾਉਂਦਾ ਹੈ। ਹੁਣ ਵੇਖੋ ਬਾਂਸੁਰੀ ਤਾਂ ਕ੍ਰਿਸ਼ਨ ਜੀ ਵਜਾ ਰਹੇ ਨੇ, ਇਸੇ ਤਰ੍ਹਾਂ ਗੋਪੀਆਂ ਦੇ ਨਾਲ ਤਾਂ ਕ੍ਰਿਸ਼ਨ ਜੀ ਹੀ ਨੇ। ਇਸੇ ਪ੍ਰਕਾਰ ਗਊ ਵੀ ਕੌਣ ਚਰਾ ਰਿਹਾ ਹੈ? ਕ੍ਰਿਸ਼ਨ ਜੀ। ਇਸੇ ਪ੍ਰਕਾਰ ਪਟ ਬਾਣੀ ਵਿੱਚ ਅਗਰ ਤੁਸੀਂ ਦਰਸ਼ਨ ਕਰੋ ਤੇ ਲਿਖਿਆ ਹੈ, ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, त्रेता तय मानियो राम रघुवंश कहायो, द्वापर कृष्ण मुरार कंस कृतारथ कियो, उग्रसेन को राज अपह भगत है जन दियो, कलयुग प्रमाण नानक गुर अंगद अमर कहायो, श्री गुरु राज अबचल अटल आद पुरख फरमायो। ਇੱਥੇ ਵੀ ਸਾਰੇ ਅਵਤਾਰਾਂ ਦਾ ਜ਼ਿਕਰ ਆਇਆ ਹੈ ਤੇ ਇਹ ਲੋਕੀ ਕਹਿੰਦੇ ਨੇ ਕਿ ਇਹ ਵੀ ਬੱਟਾਂ ਦੀ ਬਾਣੀ ਜਿਹੜੀ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਹੈ, ਇਹਦੇ ਵਿੱਚੋਂ ਸਾਨੂੰ ਕੱਢ ਦੇਣੀ ਚਾਹੀਦੀ ਹੈ। ਸੋ ਕਵਰ ਫਾਇਰ ਇਹੀ ਹੈ ਕਿ ਦਸਮ ਗ੍ਰੰਥ ਸਾਹਿਬ ਜੀ ਦਾ ਧੂਆਂ ਬਣਾ ਕੇ ਇਹ ਅਟੈਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਕਰਨਾ ਚਾਹੁੰਦੇ ਹਨ, ਸਿੱਖ ਨੂੰ ਗੁਰੂ ਤੋਂ ਤੋੜਨਾ ਚਾਹੁੰਦੇ ਹਨ ਤੇ ਸਾਡਾ ਟਾਈਮ ਖਰਾਬ ਕਰਨਾ ਚਾਹੁੰਦੇ ਹਨ। ਸੋ ਗੁਰੂ ਪਿਆਰਿਓ, ਕੱਲ ਨੂੰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਵੀ ਸ਼ੰਕੇ ਕਰਨੇ ਨੇ ਔਰ ਉਸ ਦੀ ਤਿਆਰੀ ਹੋ ਚੁੱਕੀ ਹੈ ਤੇ ਹੋ ਵੀ ਰਹੀ ਹੈ। ਅੱਜ ਜਿਹੜੇ ਲੋਕੀ, ਖਾਸ ਕਰ ਤੁਸੀਂ ਵੇਖੋ ਮੇਰੀ ਪੁਰਾਣੀ ਵੀਡੀਓਜ਼ ਵਿੱਚ ਮੈਂ ਸਾਰੇ ਲੋਕਾਂ ਨੂੰ ਜਵਾਬ ਦਿੰਦਾ ਰਿਹਾ ਹਾਂ। ਸੋ ਇਹਨਾਂ ਲੇਖਕਾਂ ਨੇ ਜਿਹੜੇ ਸ਼ੰਕੇ ਉਠਾਏ ਨੇ ਉਹ ਇਸੀ ਮੈਂਟੈਲਿਟੀ ਦੇ ਲੋਕ ਨੇ। ਸੋ ਇਹਨਾਂ ਨੂੰ ਜੇ ਅਸੀਂ ਜਵਾਬ ਦੇਣਾ ਚਾਹੁੰਦੇ ਹਾਂ ਤੇ ਸਾਨੂੰ ਆਪਣੇ ਕਨਸੈਪਟਸ ਕਲੀਅਰ ਰੱਖਣੇ ਪੈਣਗੇ। ਤੇ ਹੁਣ ਤੁਸੀਂ ਪੁੱਛੋਗੇ ਕਿ ਇਹ ਕਰਵਾ ਕੌਣ ਰਿਹਾ ਹੈ? ਕਰਵਾ ਉਹ ਰਹੇ ਨੇ ਜਿਹੜੇ ਪੰਥ ਵਿੱਚ ਦੁਬਦਾ ਪਾ ਕੇ ਰੱਖਣਾ ਚਾਹੁੰਦੇ ਨੇ। ਸੋ ਉਹਨਾਂ ਨੇ ਕੀ ਕੀਤਾ ਹੈ, ਤੁਹਾਡੇ ਹੀ ਪੰਥ ਵਿੱਚ ਕੁਝ ਬੰਦਿਆਂ ਨੂੰ ਖਰੀਦ ਲਿਆ ਹੈ, ਉਹਨਾਂ ਨੂੰ ਪੈਸੇ ਮਿਲਦੇ ਨੇ ਇਹ ਕੰਮ ਕਰਨ ਦੇ। ਤੇ ਸਾਰੇ ਲੋਕੀ ਖਰੀਦੇ ਨਹੀਂ ਹੁੰਦੇ, ਕੁਝ ਅਗਿਆਨੀ ਵੀ ਹੁੰਦੇ ਨੇ ਜਿਨ੍ਹਾਂ ਨੂੰ ਗਿਆਨ ਨਹੀਂ ਹੁੰਦਾ। ਫਿਰ ਕੁਝ ਉਹਨਾਂ ਦੇ ਫਾਲੋਅਰਸ ਹੁੰਦੇ ਨੇ ਜਿਹੜੇ ਬਿਨਾਂ ਸੋਚੇ ਸਮਝੇ, ਬਿਨਾਂ ਗ੍ਰੰਥਾਂ ਦਾ ਅਧਿਐਨ ਕਰੇ ਉਹਨਾਂ ਨੂੰ ਫਾਲੋ ਕਰਨ ਲੱਗ ਜਾਂਦੇ ਨੇ। ਇਸੇ ਪ੍ਰਕਾਰ ਕੁਝ ਭੁੱਲੇ ਭਟਕੇ ਵੀ ਹੁੰਦੇ ਨੇ ਜਿਹੜੇ ਜਿਹਦੀ ਗੱਲ ਸੁਣ ਲਈ ਉਹਨੂੰ ਮੰਨਣਾ ਸ਼ੁਰੂ ਕਰ ਦਿੰਦੇ ਨੇ, ਜਿਹੜੇ ਕਹਿੰਦੇ ਨੇ ਹਾਂ ਉਹ ਵੀ ਠੀਕ ਕਹਿ ਰਹੇ ਨੇ, ਉਹ ਵੀ ਠੀਕ ਕਹਿ ਰਹੇ ਹੋਣਗੇ, ਉਹ ਇਹੀ ਕਹਿੰਦੇ ਨੇ। ਕੁਝ ਕਨਫਿਊਜ਼ਡ ਲੋਕੀ ਨੇ। ਸੋ ਆਪਾਂ ਨੂੰ ਕਨਫਿਊਜ਼ਨ ਨਹੀਂ, ਸੱਚ ਹਮੇਸ਼ਾ ਇੱਕੋ ਹੁੰਦਾ ਹੈ। ਸੋ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰੀਏ ਕਿ ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੋਧ ਵਿਵੇਕਾ, ਕਿ ਸਾਨੂੰ ਉਹ ਬੁੱਧ ਵਿਵੇਕ ਦਿਓ ਜਿਹਦੇ ਨਾਲ ਅਸੀਂ ਸਮਝ ਸਕੀਏ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਸੋ ਬੋਲਦੇ ਹੋਈ ਅਨੇਕ ਪ੍ਰਕਾਰ ਦੀਆਂ ਗਲਤੀਆਂ ਨੂੰ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।